ਐਸੇ ਰਾਈਟ ਕਰਨ ਤੋਂ ਪਹਿਲਾਂ ਅਸੀਂ ਐਸੇ ਨੂੰ ਸਟੇਟਮੈਂਟ ਨੂੰ ਅੰਡਰਸਟੈਂਡ ਕਰਾਂਗੇ ਕੰਪਲੀਟਲੀ ਕਿ ਅਸੀਂ ਲਿਖਣਾ ਕੀ ਹੈ ਐਸੇ ਦੇ ਅਪਕਮਿੰਗ ਪੈਰਾਗ੍ਰਾਫਸ ਵਿੱਚ। ਸਟੇਟਮੈਂਟ ਕੀ ਹੈ? ਗਲੋਬਲ ਵਾਰਮਿੰਗ ਇਜ਼ ਵਨ ਆਫ ਦਾ ਮੋਸਟ ਸੀਰੀਅਸ ਇਸ਼ੂਜ਼ ਦੈਟ ਦਾ ਵਰਲਡ ਇਜ਼ ਫੇਸਿੰਗ ਟੂਡੇ। ਗਲੋਬਲ ਵਾਰਮਿੰਗ ਹੁੰਦਾ ਕੀ ਆ? ਧਰਤੀ ਦਾ ਟੈਂਪਰੇਚਰ ਦਾ ਵਧਣਾ, ਇਹ ਹੁੰਦਾ ਗਲੋਬਲ ਵਾਰਮਿੰਗ, ਗਰਮੀ ਦਾ ਵੱਧ ਜਾਣਾ। ਵਟ ਆਰ ਦਾ ਕਾਜ਼ਸ ਆਫ ਗਲੋਬਲ ਵਾਰਮਿੰਗ? ਇਸ ਦੇ ਕਾਰਨ ਕੀ ਨੇ? ਵਟ ਆਰ ਮੈਜਰਸ? ਸੋਲਿਊਸ਼ਨ ਕੀ ਨੇ? ਗਵਰਨਮੈਂਟ ਐਂਡ ਇੰਡੀਵਿਜੂਅਲਸ ਟੇਕ ਟੂ ਟੈਕਲ ਦਾ ਇਸ਼ੂਜ਼। ਗੌਰਮੈਂਟ ਕੀ ਕਰ ਸਕਦੀ ਹੈ ਆਪਣੇ ਬਿਹਾਫ 'ਤੇ? ਇੰਡੀਵਿਜੂਅਲਸ ਯਾਨੀ ਕਿ ਲੋਕ ਕੀ ਕਰ ਸਕਦੇ ਨੇ ਗਲੋਬਲ ਵਾਰਮਿੰਗ ਨੂੰ 'ਤੇ ਕਾਬੂ ਪਾਉਣ ਲਈ? ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਗਲੋਬਲ ਵਾਰਮਿੰਗ ਇੱਕ ਸੀਰੀਅਸ ਇਸ਼ੂ ਹੈ ਜਿਹੜਾ ਕਿ ਪੂਰਾ ਵਰਲਡ ਫੇਸ ਕਰ ਰਿਹਾ ਹੈ। ਉਸ ਤੋਂ ਬਾਅਦ ਇਹਦੇ ਕਾਜ਼ਸ ਦੱਸਾਂਗੇ ਇੱਕ ਪੈਰਾਗ੍ਰਾਫ 'ਚ, ਦੂਸਰੇ ਪੈਰਾਗ੍ਰਾਫ 'ਚ ਇਸ ਦੇ ਸੋਲਿਊਸ਼ਨਸ ਦੱਸ ਦੇਵਾਂਗੇ। ਸੋਲਿਊਸ਼ਨ ਲਿਖਦੇ ਹਾਂ ਅਸੀਂ ਗਵਰਨਮੈਂਟ ਅਤੇ ਇੰਡੀਵਿਜੂਅਲ ਦੋਨਾਂ ਦੀ ਜੋ ਡਿਊਟੀ ਬਣਦੀ ਹੈ ਗਲੋਬਲ ਵਾਰਮਿੰਗ 'ਤੇ ਕੰਟਰੋਲ ਕਰਨ ਦੀ, ਅਸੀਂ ਉਹ ਮੈਂਸ਼ਨ ਕਰਨੀ ਆ ਆਪਣੇ ਸੈਕੰਡ BP ਪੈਰਾਗ੍ਰਾਫ 2 ਦੇ ਵਿੱਚ। Awareness for environment is becoming a serious issue of discussion among people these days. Rapid economic development has increased the need to pay attention to environmental protection. The industrial development and new technology has brought revolutionary changes in climate conditions. Many countries are facing adverse consequences of these environmental changes. The biggest change is global warming. It is the heating up of Earth and rise in the temperature. Due to depletion of ozone layer, greenhouse gases trap heat and light from the sun in the Earth's atmosphere, which increases the temperature. This is not the only reason. Some other reasons are also there, which have noticeable effects. Well, ਹੁਣ ਜੋ ਅਸੀਂ ਬੇਸਿਕ ਪੜ੍ਹਿਆ ਗਲੋਬਲ ਵਾਰਮਿੰਗ ਦਾ ਸਾਰਾ ਕੁਝ, ਉਹ ਤਾਂ ਅਸੀਂ ਲਿਖ ਨਹੀਂ ਦੇਣਾ। ਆਪਾਂ ਇੰਟਰੋ ਨੂੰ ਕਿਵੇਂ ਰਾਈਟ ਕਰਨਾ ਹੈ? ਯੂ ਕੈਨ ਰਾਈਟ nowadays global warming has become a globally debatable challenge on the planet where we live. This is caused as a result of destroying the ecosystem. However, there can be taken measures in order to prevent this issue. ਬਾਕੀ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਸਿਨੋਨਿਮਸ ਰਾਈਟ ਕਰਨੇ ਆ। ਓਕੇ, ਜਿੰਨੀ ਕੋਸ਼ਿਸ਼ ਕਰੋ ਓਨਾ ਹੀ ਚੰਗਾ ਕਿ ਤੁਸੀਂ ਸਿਨੋਨਿਮਸ ਰਾਈਟ ਕਰੋ। ਡਿਟੋ ਨਹੀਂ ਟੇਪ ਦੇਣਾ, ਜੋ ਸਟੇਟਮੈਂਟ ਹੈ ਉਹੀ ਇੰਟਰੋ ਨਹੀਂ ਰਾਈਟ ਕਰ ਦੇਣਾ। ਓਕੇ, ਸਿਨੋਨਿਮਸ ਆਪ ਰਾਈਟ ਕਰਨ ਦੀ ਕੋਸ਼ਿਸ਼ ਕਰੋ। ਗਲੋਬਲ ਵਾਰਮਿੰਗ ਦੇ ਕਾਰਨ ਕੀ ਆ? ਨੈਚੁਰਲ ਹੋ ਸਕਦਾ ਹੈ ਜਾਂ ਮੈਨ ਮੇਡ ਕਾਜ਼ਸ ਹੋ ਸਕਦੇ ਆ। ਫਸਟ ਆਫ ਆਲ ਅਸੀਂ ਨੇਚੁਰਲ ਕਾਜ਼ਸ 'ਤੇ ਥੋੜ੍ਹਾ ਧਿਆਨ ਦਿੰਦੇ ਹਾਂ। ਫਸਟ ਕੀ ਹੈ? ਗ੍ਰੀਨ ਹਾਊਸ ਇਫੈਕਟ। ਗ੍ਰੀਨ ਹਾਊਸ ਇਫੈਕਟ ਵਿੱਚ ਹੁੰਦਾ ਕੀ ਆ ਕਿ ਕਹਿੰਦਾ ਆ ਗੈਸ ਦੈਟ ਟਰੈਪਸ ਹੀਟ ਇਨ ਦਾ ਅਰਥਸ ਐਟਮੋਸਫੇਅਰ। ਇੱਕ ਗੈਸ ਜਿਹੜੀ ਕਿ ਹੀਟ ਨੂੰ ਧਰਤੀ ਦੇ ਐਟਮੋਸਫੇਅਰ ਦੇ ਵਿੱਚ ਰਲਾ ਮਿਲਾ ਦਿੰਦੀ ਹੈ। ਸੈਕਿੰਡ ਹੈਗਾ ਅਰਥ ਗੋਜ਼ ਥਰੂ ਆ ਸਾਈਕਲ ਆਫ ਕਲਾਈਮੇਟ ਚੇਂਜ। ਜਿਵੇਂ ਅੱਜ ਕੱਲ੍ਹ ਮੌਸਮ ਤੁਸੀਂ ਨੋਟ ਕਰਦੇ ਹੀ ਆ ਕਿ ਗਰਮੀਆਂ ਦਾ ਮੌਸਮ ਹੈ ਨਾ, ਕੋਈ ਟਾਈਮ ਵੱਧ ਘੱਟਦਾ ਆ। ਆਪਾਂ ਖੇਤਾਂ ਤੋਂ ਹੀ ਹਿਸਾਬ ਲਾ ਲਈਏ, ਫਸਲਾਂ ਤੋਂ ਹਿਸਾਬ ਲਾ ਲਈਏ ਕਿ ਫਸਲਾਂ ਦਾ ਟਾਈਮ ਇੱਧਰ ਉੱਧਰ ਵਧਿਆ ਹੈ। ਪਹਿਲਾਂ ਜਿਸ ਤਰ੍ਹਾਂ ਕਿ 2 ਮਹੀਨੇ ਪਹਿਲਾਂ ਹੀ ਬਿਜਾਈ ਹੋ ਜਾਂਦੀ ਸੀ, ਹੁਣ ਥੋੜ੍ਹਾ ਮਗਰੋਂ ਹੁੰਦੀ ਆ। ਇਹ ਕਿੱਦਾਂ ਹੋਣ ਡਿਆ? ਕਿਉਂਕਿ ਕਲਾਈਮੇਟ ਚੇਂਜ, ਜਲਵਾਯੂ 'ਚ ਬੜਾ ਚੇਂਜ ਆ ਰਿਹਾ ਹੈ। ਓਕੇ, ਇਹ ਇਸ ਕਰਕੇ ਜਿਹੜੇ ਨੇਚੁਰਲ ਕਾਜ਼ਸ ਆ ਨਾ, ਇਹ ਬਹੁਤ ਇਹਦਾ ਕਾਰਨ, ਵੱਡਾ ਕਾਰਨ ਹੈਗੇ ਨੇ ਗਲੋਬਲ ਵਾਰਮਿੰਗ ਦਾ। ਮੈਨ ਮੇਡ ਕਾਜ਼ਸ ਕਹਿੰਦਾ ਕਿ ਕਾਰਬਨ ਡਾਈਆਕਸਾਈਡ ਅਤੇ ਅਦਰ ਗੈਸਿਸ ਫਰੋਮ ਪਾਵਰ ਪਲਾਂਟਸ। ਹੁਣ ਪਾਵਰ ਪਲਾਂਟ ਤੋਂ ਕਾਰਬਨ ਡਾਈਆਕਸਾਈਡ ਗੈਸ ਬਹੁਤ ਜ਼ਿਆਦਾ ਮਾਤਰਾ 'ਚ ਨਿਕਲਦੀ ਹੈ ਜੋ ਸਾਡੇ ਇਨਵਾਇਰਮੈਂਟ ਵਿੱਚ ਮਿਕਸ ਹੁੰਦੀ ਹੈ, ਜਿਹਦੇ ਕਰਕੇ ਟੈਂਪਰੇਚਰ ਇੰਕਰੀਜ਼ ਹੁੰਦਾ ਹੈ। ਸੈਕਿੰਡ ਹੈਗਾ ਪੋਲਿਊਸ਼ਨ ਦਾ ਇੰਕਰੀਜ਼ ਹੋਣਾ। ਇਹ ਤਾਂ ਬਹੁਤ ਵੱਡਾ ਕਾਰਨ ਤੁਸੀਂ ਮੈਂਸ਼ਨ ਕਰ ਸਕਦੇ ਹੋ। ਪੋਲਿਊਸ਼ਨ ਦੇ ਖਾਸ ਧਿਆਨ ਦਿਓ, ਬੜੇ ਹੀ ਐਸੇ ਕਵਰ ਕਰਦਾ ਹੈਗਾ। ਨੈਕਸਟ ਹੈਗਾ ਬਿਲਡਿੰਗ। ਅਸੀਂ ਕੀ ਕਰਦੇ? ਖੇਤਾਂ ਆਪਣੀਆਂ ਪੈਲੀਆਂ 'ਚ ਕਲੋਨੀ ਕੱਟ ਕੇ ਉੱਥੇ ਬਿਲਡਿੰਗ ਬਣਾਈ ਜਾ ਰਹੇ ਹਾਂ, ਚਾਹੇ ਕਮਰਸ਼ੀਅਲ ਪਰਪਸ ਹੋਵੇ ਚਾਹੇ ਰੈਜ਼ੀਡੈਂਸ਼ੀਅਲ ਪਰਪਸ ਹੋਵੇ। ਤਾਂ ਜਦੋਂ ਬਿਲਡਿੰਗਸ, ਇਹ ਵੀ ਇੱਕ ਮੇਨ ਕਾਰਨ ਹੈਗਾ ਆ ਕਿ ਫਸਲਾਂ ਨਿਕਲ ਗਈਆਂ, ਦਰੱਖਤ ਕੱਟੇ ਗਏ ਹੈ ਨਾ, ਉੱਥੋਂ ਪਲੇਨ ਹੋ ਗਿਆ।
ਤੇ ਡੀ ਪੁਆਇੰਟ ਹੈ ਹੀ ਹੈ ਡੀਫੋਰੈਸਟੇਸ਼ਨ। ਉਹਦਾ ਕਾਰਨ ਉਹ ਇਹੀ ਹੈ ਕਿ ਦਰੱਖਤਾਂ ਦਾ ਭਾਰੀ ਮਾਤਰਾ ਵਿੱਚ ਜਿਹੜਾ ਕੱਟਿਆ ਜਾਣਾ, ਠੀਕ ਹੈ ਨਾ, ਉਹ ਸਭ ਤੋਂ ਵੱਡਾ ਮੇਜਰ ਕਾਰਨ ਹੈਗਾ ਆ ਕਿ ਕਿਉਂਕਿ ਜਿੰਨੇ ਦਰੱਖਤ ਸਾਡਾ ਜਿਹੜਾ ਨਾ ਉਹ ਕੀ ਕਹਿੰਦੇ ਪੋਲਿਊਸ਼ਨ ਨੂੰ ਐਬਜ਼ੋਰਬ ਕਰਦੇ ਆ। ਅਸੀਂ ਨੋਟ ਕਰਦੇ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਦਰੱਖਤ ਹੁੰਦੇ ਆ ਉਹ ਏਰੀਆ ਠੰਡਾ ਵੀ ਹੁੰਦਾ ਹੈ, ਠੀਕ ਹੈ। ਜਿੱਥੇ ਦਰੱਖਤ ਹੀ ਹੈ ਨਹੀਂ ਆ ਉਹ ਉੱਥੇ ਦਾ ਆਟੋਮੈਟਿਕ ਗਰਮੀ ਬਹੁਤ ਜ਼ਿਆਦਾ ਹੈ। ਲਾਸਟ ਹੈਗਾ ਇੰਕਰੀਜ਼ ਇਨ ਯੂਸੇਜ ਆਫ ਕੈਮੀਕਲ ਫਰਟੀਲਾਈਜ਼ਰਸ ਔਨ ਕ੍ਰੌਪ ਲੈਂਡਸ। ਆਪਾਂ ਖੇਤਾਂ ਵਿੱਚ ਵੀ ਇੰਨਾ ਜ਼ਿਆਦਾ ਕੈਮੀਕਲ ਯੂਜ਼ ਕਰਦੇ ਹਾਂ ਜਿਹੜਾ ਕਿ ਇੱਕ ਇਨਵਾਇਰਨਮੈਂਟ ਦੇ ਟੈਂਪਰੇਚਰ ਨੂੰ ਇੰਕਰੀਜ਼ ਕਰਨ ਵਿੱਚ ਬਹੁਤ ਜ਼ਿਆਦਾ ਕਿ ਕਹਿ ਲਓ ਕਿ ਵਾਈਟਲ ਰੋਲ ਪਲੇ ਕਰ ਰਿਹਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਇਫੈਕਟਸ ਦੀ, ਠੀਕ ਹੈ। ਪਹਿਲਾ ਹੈਗਾ ਰਾਈਜ਼ ਇਨ ਸੀ ਲੈਵਲ ਵਰਲਡ ਵਾਈਡ ਵਿਚ ਇਜ਼ ਰਿਸਪੋਂਸੀਬਲ ਫॉर ਨੇਚਰਲ ਡਿਜ਼ਾਸਟਰ। ਸੀ ਲੈਵਲ ਦਾ ਇੰਕਰੀਜ਼ ਹੋਣਾ, ਹੁਣ ਸੀ ਲੈਵਲ ਇੰਕਰੀਜ਼ ਹੋਏਗਾ ਤਾਂ ਨੈਚੁਰਲ ਡਿਜ਼ਾਸਟਰ ਹੋਣਗੇ, ਠੀਕ ਹੈ ਨਾ। ਕਹਿੰਦਾ ਇੰਕਰੀਜ਼ ਇਨ ਸਟੋਰਮਸ ਲਾਈਕ ਹਿਰਕੇਨਸ ਐਂਡ ਸਾਈਕਲੋਨਸ, ਫਲੱਡਸ ਐਂਡ ਡਰੌਟਸ, ਸਮਝਦੇ ਹੋ ਤੁਸੀਂ। ਮੈਸਿਵ ਕ੍ਰੌਪ ਫੇਲੀਅਰਸ, ਅੱਜ ਕੱਲ੍ਹ ਫਸਲਾਂ ਬਹੁਤ ਜ਼ਿਆਦਾ ਫੇਲ ਹੋ ਰਹੀਆਂ, ਇਹ ਅਸਰ ਇਹਦਾ ਬਹੁਤ ਹੀ ਭੈੜਾ ਅਸਰ ਹੈਗਾ ਆ। ਐਕਸਟਿੰਕਸ਼ਨ ਆਫ ਸਪੀਸੀਜ਼, ਇਟ ਮੀਨਸ ਕੁਝ ਸਪੀਸ਼ੀਜ਼ ਯਾਨੀ ਕਿ ਕੁਝ ਪ੍ਰਜਾਤੀਆਂ ਆ ਉਹਨਾਂ ਦਾ ਕੀ ਡਿਸਅਪੀਅਰ ਹੋ ਜਾਣਾ, ਕੁਝ ਐਨੀਮਲਸ, ਕੁਝ ਪਲਾਂਟਸ, ਓਕੇ। ਨੈਕਸਟ ਹੈਗਾ ਡਿਸਅਪੀਅਰਿੰਗ ਆਫ ਕੋਰਲ ਰੀਫਸ। ਇਹ ਰੌਕਸ ਹੁੰਦੀਆਂ ਨੇ ਜੋ ਸੀ ਦੇ ਵਿੱਚ ਹੁੰਦੀਆਂ ਨੇ, ਕੋਰਲ ਰੀਫਸ, ਉਹਨਾਂ ਦਾ ਡਿਸਅਪੀਅਰ ਹੋ ਜਾਣਾ। ਸੋ ਪ੍ਰੋਬਲਮ ਹੈ ਤਾਂ ਸੋਲਿਊਸ਼ਨਸ ਵੀ ਹੈ ਆ। ਐਟ ਇੰਡੀਵਿਜੂਅਲ ਲੈਵਲ ਜੇ ਅਸੀਂ ਗੱਲ ਕਰੀਏ ਤਾਂ ਕਹਿੰਦਾ ਰਿਡਿਊਸ ਪੋਲਿਊਸ਼ਨ ਬਾਈ ਯੂਜ਼ਿੰਗ ਕਾਰ ਪੂਲਿੰਗ। ਪੋਲਿਊਸ਼ਨ ਨੂੰ ਰਿਡਿਊਸ ਕੀਤਾ ਜਾ ਸਕਦਾ ਹੈ ਕਾਰ ਪੂਲਿੰਗ ਯੂਜ਼ ਕਰਕੇ। ਹੁੰਦਾ ਕੀ ਹੈ ਕਿ ਅਗਰ ਤੁਸੀਂ ਆਫਿਸ 'ਚ 4 ਜਣੇ ਅਲੱਗ-ਅਲੱਗ ਕਾਰਸ 'ਤੇ ਜਾਂਦੇ ਹੋ ਤਾਂ ਬੈਟਰ ਹੈ ਇੱਕ ਕਾਰ 'ਤੇ ਜਾਓ, ਠੀਕ ਹੈ ਨਾ। ਸਾਰੇ ਜਣੇ ਇੱਕ ਕਾਰ ਨੂੰ ਯੂਜ਼ ਕਰ ਲਓ, ਦੈਟ ਇਜ਼ ਕਾਰ ਪੂਲਿੰਗ। ਪਬਲਿਕ ਟਰਾਂਸਪੋਰਟ ਨੂੰ ਯੂਜ਼ ਕਰੋ ਸ਼ੋਰਟ ਡਿਸਟੈਂਸ ਕਵਰ ਕਰਨ ਲਈ। ਵਾਕਿੰਗ ਐਂਡ ਸਾਈਕਲਿੰਗ ਸੋਲਿਊਸ਼ਨ ਹੈ ਸਾਡੇ ਕੋਲ। ਨੈਕਸਟ ਜਿੰਨਾ ਹੋ ਸਕੇ ਓਨਾ ਹੀ ਅਸੀਂ ਘੱਟ ਯੂਜ਼ ਕਰੀਏ ਟੈਕਨੋਲੋਜੀ ਅਪਲਾਇੰਸਸ ਦਾ, ਜਿਵੇਂ ਸਾਡੇ ਕੋਲ ਏਅਰ ਕੰਡੀਸ਼ਨਸ ਆ, ਕੰਪਿਊਟਰਸ ਆ, ਫਰਿੱਜ ਆ, ਮਤਲਬ ਬਹੁਤ ਟਾਈਮ ਤੱਕ ਚੱਲਦੇ ਐਂਡ ਇਹ ਬਹੁਤ ਹਾਰਮਫੁਲ ਗੈਸਿਸ ਨੂੰ ਐਮਿਟ ਕਰਦੇ ਹੈਗੇ ਨੇ ਐਂਡ ਜੋ ਸਾਡੇ ਇਨਵਾਇਰਨਮੈਂਟ ਨੂੰ ਗਰਮ ਰੱਖਣ ਦੇ ਵਿੱਚ ਵੀ ਇਹ ਆਪਣਾ ਪੂਰਾ ਯੋਗਦਾਨ ਦਿੰਦੇ ਆ। ਨੈਕਸਟ ਹੈਗਾ ਜੀ ਪਲਾਂਟਿੰਗ ਮੋਰ ਐਂਡ ਮੋਰ ਟਰੀਜ਼। ਅਸੀਂ ਆਪਣੇ ਲੈਵਲ 'ਤੇ ਕੋਸ਼ਿਸ਼ ਕਰੀਏ ਸਾਨੂੰ ਜਿੱਥੇ ਜਗ੍ਹਾ ਮਿਲਦੀ ਹੈ ਆਪਣੇ ਘਰ ਦੇ ਵਿੱਚ, ਘਰ ਦੇ ਆਸ-ਪਾਸ ਅਸੀਂ ਪਲਾਂਟ ਲਗਾਈਏ ਤਾਂ ਜੋ ਅਸੀਂ ਆਪਣੇ ਆਲੇ ਦੁਆਲੇ ਦਾ ਇਨਵਾਇਰਨਮੈਂਟ ਨੂੰ ਠੰਡਾ ਰੱਖਣ ਵਿੱਚ ਆਪਣੀ ਹੈਲਪ ਖੁਦ ਕਰੀਏ। ਓਕੇ, ਐਟ ਗਵਰਨਮੈਂਟ ਲੈਵਲ ਵਾਟ ਆਰ ਸੋਲਿਊਸ਼ਨਸ। ਫਸਟ ਹੈਗਾ ਮੇਕਿੰਗ ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ ਟੂ ਸੇਵ ਐਨ ਇਨਵਾਇਰਨਮੈਂਟ। ਗਵਰਨਮੈਂਟ ਨੂੰ ਚਾਹੀਦਾ ਅਗਰ ਰੂਲਸ ਤਾਂ ਬਹੁਤ ਸਟ੍ਰਿਕਟ ਬਣਾਉਂਦੀ ਹੈ ਬਟ ਇੰਪਲੀਮੈਂਟ ਵੀ ਕੀਤੇ ਜਾਣ ਤਾਂ ਜੋ ਇਨਵਾਇਰਨਮੈਂਟ ਨੂੰ ਬਚਾਇਆ ਜਾ ਸਕੇ। ਸਭ ਤੋਂ ਪਹਿਲਾਂ ਉਹ ਆਪਣੇ ਆਪ ਤੋਂ ਸ਼ੁਰੂਆਤ ਕਰੇ, ਹੈ ਨਾ। ਸੈਕਿੰਡ ਹੈਗਾ ਅਫੋਰੈਸਟੇਸ਼ਨ, ਜਿੰਨੇ ਜ਼ਿਆਦਾ ਹੋ ਸਕਦੇ ਦਰਖਤ ਲਗਾਏ ਜਾਣ। ਓਕੇ, ਆਪਾਂ ਡਿਵੈਲਪਮੈਂਟ ਤਾਂ ਕਰੀ ਜਾਂਦੇ ਹਾਂ, ਜਗ੍ਹਾ ਜਗ੍ਹਾ ਸੜਕਾਂ ਚੌੜੀਆਂ ਹੋ ਰਹੀਆਂ ਨੇ, ਠੀਕ ਹੈ, ਵਾਈਡਨ ਹੋ ਰਹੀਆਂ ਨੇ ਸੜਕਾਂ। ਓਕੇ, ਆਲੇ ਦੁਆਲੇ ਤੋਂ ਜਿਹੜੇ ਸਾਡੇ ਬਹੁਤ ਹੀ ਵਧੀਆ ਘਣੇ ਜਿਹੜੇ ਸੰਘਣੇ ਦਰਖਤ ਸੀ ਕੱਟ ਦਿੱਤੇ ਗਏ, ਜਿਵੇਂ ਬੋਹੜ, ਪਿੱਪਲ, ਠੀਕ ਹੈ ਨਾ, ਜਾਮੁਨ, ਅੰਬਾਂ ਦੇ ਪੇੜ, ਉਹ ਕੱਟ ਦਿੱਤੇ ਗਏ ਆ। ਅਗਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਹੀ 4-5 ਸਾਲ ਪਹਿਲਾਂ ਹੀ ਦਰਖਤ ਲਗਾਏ, ਠੀਕ ਹੈ ਨਾ, ਤਾਂ ਜੋ ਇਨਵਾਇਰਨਮੈਂਟ ਨੂੰ ਬਚਾਇਆ ਜਾ ਸਕੇ। ਨੈਕਸਟ ਹੈਗਾ ਕਿ ਕਹਿੰਦਾ ਆਲਟਰਨੇਟਿਵ ਜਿਹੜਾ ਫਿਊਲ ਆ ਉਸ ਨੂੰ ਯੂਜ਼ ਕੀਤਾ ਜਾਵੇ ਤਾਂ ਜੋ ਪੋਲਿਊਸ਼ਨ ਘੱਟ ਹੋ ਸਕੇ, ਜਿਵੇਂ CNG ਬੱਸਸ ਵਗੈਰਾ। ਓਕੇ, CNG ਯੂਜ਼ ਕੀਤੀ ਜਾਵੇ। ਸੋ ਜਿੰਨਾ ਕੁਛ ਵੀ ਅਸੀਂ ਪੜ੍ਹਿਆ ਜ਼ਰੂਰੀ ਨਹੀਂ ਹੈ ਸਾਰੇ ਦੇ ਸਾਰੇ ਪੁਆਇੰਟਸ ਅਸੀਂ ਆਪਣੇ ਐਸੇ ਵਿੱਚ ਰਾਈਟ ਕਰਨੇ। ਅਸੀਂ ਹਰ ਪੈਰਾਗ੍ਰਾਫ ਵਿੱਚ 2 ਪੁਆਇੰਟਸ ਰਾਈਟ ਕਰੀਏ, ਉਸ ਨੂੰ ਸਪੋਰਟ ਕਰੀਏ, ਠੀਕ ਹੈ, ਐਗਜ਼ਾਮਪਲ ਦਈਏ ਤਾਂ ਸਾਡਾ ਐਸੇ ਬਹੁਤ ਹੀ ਵਧੀਆ ਜਾਂਦਾ ਹੈ। ਸਾਨੂੰ ਬਹੁਤ ਹੀ ਪਾਵਰਫੁਲ ਨਿਊ ਵਰਡਸ ਕੁਛ ਯੂਜ਼ ਕਰਨੇ ਚਾਹੀਦੇ ਆ। ਓਕੇ, ਐਂਡ ਅਗਰ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ WhatsApp ਕਰ ਸਕਦੇ ਆ। WhatsApp ਨੰਬਰ ਹੈਗਾ 9779680821। ਇੱਥੇ ਤੁਸੀਂ ਕੰਟੈਕਟ ਕਰ ਸਕਦੇ ਆ ਕਿ ਲਿਖਣਾ ਕਿਵੇਂ ਆ, ਠੀਕ ਹੈ। 7 ਬੈਂਡਸ ਤੱਕ ਤਾਂ ਮੈਂ ਹੈਲਪ ਕਰ ਸਕਦੀ ਹਾਂ। ਰਿਕੁਆਇਰਮੈਂਟ 6 ਬੈਂਡਸ ਆ ਤਾਂ ਅਸੀਂ ਉਹ ਵੀ ਹੈਲਪ ਕਰਾਂਗੇ। ਔਰ ਮੇਰਾ ਆਪਣਾ ਟਾਰਗੇਟ ਕੀ ਹੈ 7 ਬੈਂਡਸ। ਇਹ ਮੇਰਾ ਸੀਗਾ ਆਪਣੇ ਵੱਲੋਂ ਫਸਟ ਐਸੇ ਜੋ ਜਿਸ ਦੀ ਮੈਂ ਵੀਡੀਓ ਬਣਾਈ। ਬਹੁਤ ਹੀ ਫਾਸਟ ਬੋਲਣਾ ਪਿਆ ਕਿਉਂਕਿ ਇਹ ਫਾਸਟ ਹੀ ਭੱਜੀ ਜਾ ਰਹੇ ਨੇ ਕੰਟੈਂਟਸ, ਸੋ ਮੈਨੂੰ ਵੀ ਬਹੁਤ ਹੀ ਫਾਸਟ ਬੋਲਣਾ ਪਿਆ। ਸਪੈਸ਼ਲ ਕਲਾਸਿਸ ਦਿੱਤੀ ਜਾਏਗੀ, ਤੁਹਾਡਾ ਜੋ ਰਾਈਟਿੰਗ ਟਾਸਕ ਹੈ ਇਸ ਨੂੰ ਇੰਪਰੂਵ ਕੀਤਾ ਜਾਏਗਾ ਐਂਡ ਚੈੱਕ ਕਰਕੇ ਤੁਹਾਨੂੰ ਤੁਹਾਡੀਆਂ ਮਿਸਟੇਕਸ ਦੱਸੀਆਂ ਜਾਣਗੀਆਂ ਅਤੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਅਤੇ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਵੇਗੀ।